ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਸ੍ਰੀ ਕਬੀਰ ਜੀਓ ਕੇ ਤਿਪ ਦੇ 8 ਦੋ ਤੁਕੇ 7 ਇੱਕ ਤੁਕਾ ਇੱਕ ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰਾਖਿਆ ਬਹੁਰ ਲਾਗੀ ਮਾਇਆ। ਪ੍ਰਾਨੀ ਕਾਹੇ ਕਉ ਲੋਭ ਲਾਗੇ ਰਤਨ ਜਨਮ ਖੋਇਆ। ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ। ਰਹਾਉ ਬਾਰਿਕ ਤੇ ਬਿਰਧ ਭਇਆ ਹੋਨਾ ਸੋ ਹੋਇਆ। ਜਾ ਜਮ ਆਏ ਝੋਟ ਪਕੜੈ ਤਬ ਕਾਹੇ ਰੋਇਆ। ਜੀਵਨ ਕੀ ਆਸ ਕਰਹਿ ਜਮ ਨਿਹਾਰੈ ਸਾਸਾ। ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਅੱਜ ਇਸ ਪਾਵਨ ਬਚਨ ਦੇ ਰਾਹੀਂ ਕਬੀਰ ਸਾਹਿਬ ਜੀ ਮਨੁੱਖ ਨੂੰ ਇਹ ਗੱਲ ਸਮਝਾ ਰਹੇ ਨੇ ਕਿ ਹੇ ਭਲਿਆ, ਤੈਨੂੰ ਪਰਮਾਤਮਾ ਨੇ ਬਹੁਤ ਕੀਮਤੀ ਰਤਨਾ ਵਰਗਾ ਜਿਹੜਾ ਉਹ ਜਨਮ ਬਖਸ਼ਿਆ ਹੈ। ਤੂੰ ਇਸ ਜਨਮ ਦੇ ਵਿੱਚ ਕਰਮਾ ਰੂਪੀ ਭੂਮੀ ਦੇ ਉੱਤੇ ਪਰਮਾਤਮਾ ਦੇ ਨਾਮ ਦਾ ਬੀਜ ਭਲਾ ਕਿਉਂ ਨਹੀਂ ਬੀਜਿਆ? ਕਿਉਂ ਆਪਣਾ ਜਿਹੜਾ ਮਨੁੱਖਾ ਜਨਮ ਹੈ ਉਹ ਸਾਰੀ ਉਮਰ ਹੀ ਤੇਰੀ ਪੈਦਾਇਸ਼ ਹੋਣ ਤੋਂ ਲੈ ਕੇ ਜਮਾ ਦੀ ਪੂਰੀ ਜਾਣ ਤੱਕ ਸਾਰੀ ਦੀ ਸਾਰੀ ਵਿਅਰਥ ਚਲੀ ਗਈ। ਤੂੰ ਇੱਕ ਵਾਰ ਵੀ ਪਰਮਾਤਮਾ ਦਾ ਨਾਮ ਨਾ ਜਪ ਸਕਿਆ। ਤੂੰ ਇੱਕ ਵਾਰ ਵੀ ਉਸ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ। ਕਾਹਦੇ ਪਿੱਛੇ ਲੱਗ ਕੇ? ਕਹਿਣ ਲੱਗੇ ਕੇਵਲ ਦੇ ਕੇਵਲ ਲੋਭ ਪਿੱਛੇ ਲੱਗ ਕੇ, ਲਾਲਚ ਦੇ ਪਿੱਛੇ, ਮੈਂ ਮੇਰੀ ਦੇ ਪਿੱਛੇ ਲੱਗ ਕੇ ਸਾਰੀ ਦੀ ਸਾਰੀ ਉਮਰ ਗਵਾ ਦਿੱਤੀ। ਤੇ ਮੈਂ ਬੇਨਤੀ ਕਰਾਂ, ਅੱਜ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਇਹ ਜਿਹੜਾ ਮਨੁੱਖਾ ਜਨਮ ਹੈ ਨਾ, ਇਹ ਬੜਾ ਕੀਮਤੀ ਹੈ। ਇਹਨੂੰ ਰਤਨ ਦੇ ਨਾਲ ਉਹਨਾਂ ਨੇ ਤੁਲਨਾ ਦਿੱਤੀ ਹੈ। ਤੇ ਅਸੀਂ ਦੇਖਦੇ ਹਾਂ ਹੀਰੇ ਰਤਨਾਂ ਦੀ ਜਿਹੜੀ ਕੀਮਤ ਹੈ ਬੇਸ਼ੁਮਾਰ ਹੁੰਦੀ ਹੈ। ਇਹ ਜਿਹੜਾ ਪਰਮਾਤਮਾ ਨੇ ਸਾਨੂੰ ਜੀਵਨ ਬਖਸ਼ਿਆ ਹੈ ਨਾ, ਇਹ ਅਮੋਲਕ ਹੈ। ਇੱਥੇ ਦੋ ਗੱਲਾਂ ਸਮਝਣ ਵਾਲੀਆਂ ਨੇ। ਪਹਿਲੀ ਬੇਨਤੀ ਕਿ ਜੀਵ ਆਤਮਾ ਦਾ ਜਿਹੜਾ ਪਰਮਾਤਮਾ ਦੇ ਨਾਲ ਮਿਲਾਪ ਹੈ ਨਾ, ਉਹ ਇਸ ਸਰੀਰ ਤੋਂ ਬਿਨਾਂ ਨਹੀਂ ਹੋ ਸਕਦਾ। ਇੱਕ ਬਾਣੀ ਦੇ ਵਿੱਚ ਬੜਾ ਪਿਆਰਾ ਬਚਨ ਆਉਂਦਾ ਹੈ, ਕਹਿਣ ਲੱਗੇ ਕਿ ਜੇ ਮਨੁੱਖ ਚਾਹਵੇ ਕਿ ਮੈਂ ਪਰਮਾਤਮਾ ਦੇ ਵਿੱਚ ਅਭੇਦਤਾ ਹਾਸਲ ਕਰਾਂ ਤੇ ਉਹਦੇ ਵਾਸਤੇ ਮਨੁੱਖਾ ਸਰੀਰ ਧਾਰਨ ਕਰਨਾ ਅਤ ਲਾਜ਼ਮੀ ਹੈ। ਤੇ ਜੇ ਸਰੀਰ ਤੋਂ ਬਿਨਾਂ ਹੀ ਕਿਤੇ ਪਰਮਾਤਮਾ ਦੀ ਬੰਦਗੀ ਹੋ ਜਾਂਦੀ ਹੁੰਦੀ ਤੇ ਅੰਮ੍ਰਿਤ ਬਚਨ ਹੈ, ਕਹਿਣ ਲੱਗੇ ਇਸ ਦੇਹੀ ਨੂੰ ਫਿਰ ਦੇਵਤੇ ਕਦੀ ਨਾ ਲੋਚਦੇ। ਇਸ ਦੇਹੀ ਕੋ ਸਿਮਰੈ ਦੇਵ। ਕਹਿੰਦੇ ਦੇਵਤੇ ਵੀ ਜਿਹੜੇ ਨੇ ਉਹ ਇਸ ਮਨੁੱਖਾ ਜਨਮ ਨੂੰ, ਇਸ ਮਨੁੱਖਾ ਸਰੀਰ ਨੂੰ ਲੋਚਦੇ ਨੇ। ਕਿਉਂ? ਤਾਂ ਜੋ ਇਹਦੇ ਵਿੱਚ ਆ ਕੇ ਪਰਮਾਤਮਾ ਦੀ ਬੰਦਗੀ ਕੀਤੀ ਜਾ ਸਕੇ।
दूसरी बेनती, ਜਦੋਂ ਮਨੁੱਖ ਨੂੰ ਮਨੁੱਖਾ ਜਨਮ ਮਿਲ ਜਾਂਦਾ ਹੈ ਤੇ ਇੱਕ ਸਾਡਾ ਸੁਭਾਅ ਹੈ, ਜਿਹੜੀ ਚੀਜ਼ ਸਾਨੂੰ ਮਿਲ ਜਾਂਦੀ ਹੈ ਉਹਦੀ ਸਾਡੇ ਕੋਲੋਂ ਜਿਹੜੀ ਉਹ ਕਦਰ ਖਤਮ ਹੋ ਜਾਂਦੀ ਹੈ। ਕਦਰ ਓਨਾ ਚਿਰ ਹੈ ਜਿੰਨਾ ਚਿਰ ਤੱਕ ਕੋਈ ਚੀਜ਼ ਤੁਹਾਡੇ ਤੱਕ ਨਹੀਂ ਆਉਂਦੀ। ਜਦੋਂ ਕੋਈ ਵੀ ਚੀਜ਼ ਤੁਹਾਡੇ ਤੱਕ ਆ ਜਾਂਦੀ ਹੈ, ਇਹਦੇ ਬਾਰੇ ਮਨੋਵਿਗਿਆਨ ਇਹ ਗੱਲ ਕਹਿੰਦਾ ਕੋਈ ਚੀਜ਼ ਤੁਸੀਂ ਪ੍ਰਾਪਤ ਕਰਦੇ ਜੇ ਨਾ, ਉਸ ਚੀਜ਼ ਦੀ ਜਿਹੜੀ ਖੁਸ਼ੀ ਹੈ ਤੁਹਾਨੂੰ ਕੇਵਲ ਤੇ ਕੇਵਲ 9 ਦਿਨ ਰਹਿੰਦੀ ਹੈ। 1 ਦਿਨ 2 ਦਿਨ ਘਟਦੀ 9 ਦਿਨ ਤੱਕ ਮਨੋਵਿਗਿਆਨ ਮੰਨਦਾ ਕਿ ਇਹਦੀ ਖੁਸ਼ੀ ਰਹਿੰਦੀ ਹੈ। ਬਾਅਦ ਦੇ ਵਿੱਚ ਜਿਹੜੀ ਉਹ ਜਿੰਨਾ ਪਹਿਲਾਂ ਚਾਅ ਸੀ ਉਹ ਖਤਮ ਹੋ ਜਾਂਦਾ ਹੈ। ਤੇ ਜੇ ਅਸੀਂ ਕੋਈ ਗੱਲ ਯਾਦ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਤਕਰੀਬਨ 29 ਕੁ ਦਿਨ ਮੰਨੇ ਨੇ ਕਿ 29 ਕੁ ਦਿਨ ਸਾਨੂੰ ਜਿਹੜੀ ਕੁਝ ਗੱਲਾਂ ਯਾਦ ਰਹਿੰਦੀਆਂ ਨੇ, ਨਹੀਂ ਤੇ ਭੁੱਲ ਜਾਂਦੀਆਂ ਨੇ। ਖਾਸ ਗੱਲਾਂ ਸਾਨੂੰ ਚੇਤੇ ਰਹਿ ਜਾਂਦੀਆਂ ਨੇ। ਸੋ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਮਨੁੱਖ ਜਿਹੜਾ ਹੈ ਉਹ ਕਿਸੇ ਵੀ ਦਾਤ ਨੂੰ ਲੈ ਕੇ, ਕੋਈ ਵੀ ਸੰਸਾਰਿਕ ਵਸਤੂ ਮਿਲਦੀ ਹੈ ਨਾ, ਉਹਨੂੰ ਪਾ ਕੇ ਸਮਾਂ ਪਾ ਕੇ ਉਹਦੀ ਕਦਰ ਕਰਨੀ ਜਿਹੜੀ ਉਹ ਭੁੱਲ ਜਾਂਦਾ। ਇਹੋ ਕੁਝ ਇਹਨੇ ਆਪਣੇ ਨਾਲ ਕੀਤਾ। ਇਹਨੂੰ ਪਰਮਾਤਮਾ ਨੇ ਬੜੀ ਰਹਿਮਤ ਦੇ ਨਾਲ, ਬੜੀ ਕਿਰਪਾ ਦੇ ਨਾਲ, ਬੜੇ ਲੰਮੇ ਸਮੇਂ ਬਾਅਦ ਜਿਹੜਾ ਸੀ ਇਹ ਮਨੁੱਖਾ ਜਨਮ ਮਿਲਿਆ ਹੈ। ਇਹਨੇ ਮਨੁੱਖਾ ਜਨਮ ਦੀ ਕਦਰ ਕੋਈ ਨਹੀਂ ਪਾਈ। ਇੱਕ ਦੋ ਮੈਂ ਉਦਾਹਰਨਾਂ ਦੇ ਦੇਣਾ ਇਹ ਜੀਵਨ ਮਿਲਦਾ ਕਿਵੇਂ ਹੈ। ਇੱਕ ਤੇ ਅਸੀਂ ਅੰਮ੍ਰਿਤ ਬਚਨ ਇਹ ਵੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਇਹ ਜਿਹੜਾ ਮਨੁੱਖਾ ਜਨਮ ਹੈ ਇਹ ਬਹੁਤ ਲੰਮੇ ਸਮੇਂ ਤੋਂ ਬਾਅਦ ਜਿਹੜਾ ਹੈ ਕਦੀ ਕੀੜਾ ਬਣਿਆ, ਕਦੀ ਮਕੌੜਾ ਬਣਿਆ, ਕਦੀ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਨਿਕਲ ਕੇ ਆਣ ਕੇ ਤੈਨੂੰ ਇਹ ਜਿਹੜਾ ਮਨੁੱਖਾ ਜਨਮ ਮਿਲਿਆ। ਉਹ ਅਸੀਂ ਬਚਨ ਪੜ੍ਹਦੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਹੈ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਨੁੱਖ ਜਿਹੜਾ ਇਹਦੀ ਜਿਹੜੀ ਜੀਵ ਆਤਮਾ ਹੈ ਨਾ, ਮਨੁੱਖਾ ਜਨਮ ਆਉਣ ਤੋਂ ਪਹਿਲਾਂ ਥਾਂ ਦੇ ਉੱਤੇ ਜਿਹੜਾ ਹੈ ਉਹ ਰਸਤਾ ਬਦਲ ਕੇ ਟਰੈਵਲ ਕਰਦੀ ਇੱਕ ਦਿਨ ਮਨੁੱਖਾ ਸਰੀਰ ਦੇ ਵਿੱਚ ਆਉਂਦੀ ਹੈ। ਤੇ ਜਿਸ ਵੇਲੇ ਮਨੁੱਖਾ ਸਰੀਰ ਦੇ ਵਿੱਚ ਆਉਂਦੀ ਹੈ ਤੇ ਮੈਂ ਉਸ ਦਿਨ ਵੀ ਬੇਨਤੀ, ਕੱਲ੍ਹ ਵੀ ਸ਼ਾਇਦ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਬਾਣੀ ਦਾ ਬਚਨ ਹੈ, ਇਹ ਜਦੋਂ ਮਾਤ ਗਰਭ ਦੇ ਵਿੱਚ ਫਿਰ ਹੁੰਦਾ ਹੈ ਨਾ, ਤੇ ਬਾਣੀ ਕਹਿੰਦੀ ਉੱਥੇ ਪਰਮਾਤਮਾ ਦਾ ਨਾਮ ਜਪਦਾ ਹੈ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਬਸ ਉਸ ਤੋਂ ਬਾਅਦ ਦੀ ਖੇਡ ਵਾਪਰਦੀ ਹੈ ਜੀ। ਜਦੋਂ ਮਨੁੱਖ ਦਾ ਜਨਮ ਹੁੰਦਾ ਇਹ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਤੇ ਅੱਜ ਭੁੱਲਣ ਦਾ ਕਾਰਨ ਕਬੀਰ ਸਾਹਿਬ ਨੇ ਲੋਭ ਦਿੱਤਾ ਹੈ। ਇੱਕ ਗੱਲ ਯਾਦ ਰੱਖਿਓ, 2 ਸ਼ਬਦ ਨੇ, ਇੱਕ ਲੋਭ ਹੈ, ਇੱਕ ਲਾਲਚ ਹੈ। ਲੋਭ ਸਾਨੂੰ ਇਹ ਜਿਹੜੀ ਚੀਜ਼ ਚਸਕਿਆਂ ਦੇ ਨਾਲ ਜੋੜ ਦੇਵੇ ਉਹਨੂੰ ਅਸੀਂ ਲੋਭ ਲੈਂਦੇ ਹਾਂ। ਇਹ ਲਾਲਚ ਜਿਹੜਾ ਹੈ ਪਦਾਰਥਾਂ ਦਾ ਲੋਭ ਜ਼ੁਬਾਨ ਦਾ ਹੁੰਦਾ ਹੈ, ਪਰ ਇੱਥੇ ਲੋਭ ਲਾਲਚ ਨੂੰ ਅਸੀਂ ਇਕੱਠਾ ਲੈ ਕੇ ਚੱਲਾਂਗੇ। ਮਨੁੱਖ ਨੇ ਸੰਸਾਰ ਦੇ ਵਿੱਚ ਆ ਕੇ ਕਿਹਦਾ ਲੋਭ ਕੀਤਾ। ਇੱਕ ਮੈਂ ਸ਼ਲੋਕ ਪੜ੍ਹ ਦਿੰਦਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਚਨ ਹੈ। ਕਹਿਣ ਲੱਗੇ ਜਦੋਂ ਇਹ ਬਚਪਨ ਦੇ ਵਿੱਚ ਇਹਦਾ ਪ੍ਰਕਾਸ਼, ਇਹ ਜਨਮ ਹੁੰਦਾ ਹੈ, ਜਨਮ ਤੋਂ ਕੁਝ ਘੜੀਆਂ ਬਾਅਦ ਹੀ ਇਹਨੂੰ ਮਾਂ ਦੇ ਪਿਆਰ ਦਾ ਲੋਭ ਪੈ ਜਾਂਦਾ, ਲਾਲਚ ਪੈ ਜਾਂਦਾ, ਉਹਦੇ ਨਾਲ ਇਹਦਾ ਪਿਆਰ ਪੈ ਜਾਂਦਾ। ਅਸੀਂ ਬਚਨ ਉਹ ਪੜ੍ਹਦੇ ਹਾਂ ਸਤਿਗੁਰਾਂ ਦਾ ਕਿ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛਿਆ ਜਾਤ, ਸੱਤਵੇਂ ਸੰਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸੁਆਹ। ਇਹ ਸਾਰੀ ਉਮਰ ਇੰਨਾ ਹੀ ਲੋਭ ਲਾਲਚਾਂ ਦੇ ਵਿੱਚ ਫਸ ਕੇ ਆਪਣੀ ਜਿਹੜੀ ਉਹ ਤਕਰੀਬਨ ਇਹ ਆਪਣੀ ਜ਼ਿੰਦਗੀ ਹੰਢਾ ਜਾਂਦਾ ਹੈ। ਪਰ ਇਹ ਕਿਸੇ ਵੀ ਪੜਾਅ ਦੇ ਉੱਤੇ ਜਾ ਕੇ ਪਰਮਾਤਮਾ ਦਾ ਨਾਮ ਨਹੀਂ ਜਪਦਾ। ਇੱਕ ਗੱਲ ਜੀਵਨ ਦੇ ਵਿੱਚ ਯਾਦ ਰੱਖਿਓ, ਸਾਨੂੰ ਇਹ ਮਨੁੱਖਾ ਜਨਮ ਜਿਹੜਾ ਹੈ ਇਹ ਬੰਦਗੀ ਕਰਨ ਵਾਸਤੇ ਮਿਲਿਆ ਹੈ। ਤੇ ਜਿੰਨਾ ਚਿਰ ਸਰੀਰ ਦੇ ਵਿੱਚ ਬੰਦਗੀ ਨਹੀਂ ਨਾ, ਪਰਮੇਸ਼ਰ ਦਾ ਨਾਮ ਨਹੀਂ, ਤੇ ਸਾਡੇ ਕੋਲ ਦੁਨਿਆਵੀ ਜਿੰਨੀਆਂ ਮਰਜ਼ੀ ਇਹ ਜਿਹੜੀਆਂ ਨੇ ਦਾਤਾਂ ਨੇ ਪਰਮਾਤਮਾ ਦੀਆਂ, ਉਹਨਾਂ ਦੀ ਕੋਈ ਕਦਰ ਨਹੀਂ ਜੇ ਪੈਣੀ। ਇੱਕ ਮੈਂ ਛੋਟੀ ਜੀ ਸੌਖੀ ਉਦਾਹਰਨ ਦੇ ਦਿੰਦਾ। ਤੁਸੀਂ ਕੋਈ ਮੰਨ ਲਓ ਗੱਡੀ ਖਰੀਦ ਕੇ ਲਿਆਉਂਦੇ ਜੇ, ਬੜੀ ਮਹਿੰਗੀ, ਲੱਖਾਂ ਦੇ ਵਿੱਚ ਕਰੋੜਾਂ ਦੇ ਵਿੱਚ ਉਹਦੀ ਕੀਮਤ ਹੈ। ਉਹਦੇ ਵਿੱਚ ਹਰੇਕ ਜਿਹੜਾ ਨਵੇਂ ਤੋਂ ਨਵਾਂ ਫੀਚਰ ਉਹਦੇ ਵਿੱਚ ਭਰਿਆ ਹੋਇਆ ਹੈ। ਅੱਜ ਬਹੁਤ ਤਰੱਕੀ ਕੀਤੀ ਹੈ ਵਿਦੇਸ਼ਾਂ ਦੇ ਵਿੱਚ, ਜਿਹੜੀਆਂ ਨੇ ਆਟੋ ਗੱਡੀਆਂ ਚੱਲਦੀਆਂ ਨੇ, ਆਟੋਮੈਟਿਕ ਸਾਰਾ ਕੁਝ ਇਕੱਲੇ ਹੀ ਜਾਂਦਾ ਹੈ। ਗੱਡੀ ਦੇ ਵਿੱਚ ਹਰੇਕ ਤਰ੍ਹਾਂ ਦੀ ਜਿਹੜੀ ਉਹ ਸੁੱਖ ਸਹੂਲਤ ਮੌਜੂਦ ਹੈ। ਪਰ ਯਾਦ ਰੱਖਿਓ, ਜਿੰਨਾ ਚਿਰ ਗੱਡੀ ਦੇ ਵਿੱਚ ਫਿਊਲ, ਜਿੰਨਾ ਚਿਰ ਗੱਡੀ ਵਿੱਚ ਤੇਲ ਨਹੀਂ ਹੋਵੇਗਾ, ਗੱਡੀ ਇੱਕ ਕਦਮ ਵੀ ਗਾਹ ਨਹੀਂ ਜਾ ਸਕਦੀ। ਇੰਨਾ ਕੁਝ ਹੋਣ ਦਾ ਫਾਇਦਾ ਕੀ, ਕਰੋੜਾਂ ਰੁਪਈਆ ਲਾਏ ਦਾ ਫਾਇਦਾ ਕੀ, ਜੇ ਇੱਥੋਂ ਦੀ ਕੀਮਤ ਤੇਲ ਦੀ ਵੇਖੀਏ 100 ਰੁਪਏ ਲੀਟਰ ਹੈ, ਜੇ 100 ਦਾ ਲੀਟਰ ਤੇਲ ਵੀ ਨਾ ਤੂੰ ਪਾਇਆ, ਉਹ ਗੱਡੀ ਨੇ ਜਿਹੜਾ ਇੱਕ ਕਦਮ ਵੀ ਨਹੀਂ ਪੁੱਟਣਾ। ਮਨੁੱਖਾ ਜਨਮ ਤੂੰ 60 70 100 ਸਾਲ ਹੰਢਾ ਜਾਣਾ ਹੈ,
ਧੀਆਂ ਪੁੱਤ ਨੇ, ਕੋਠੀਆਂ ਕਾਰਾਂ ਨੇ, ਧਨ ਦੌਲਤ ਹੈ, ਜੇ ਇੰਨਾ ਕੁਝ ਹੰਡਾਉਂਦਿਆਂ ਵੀ ਤੇਰੇ ਕੋਲ 2 ਮਿੰਟ ਦਾ ਪਰਮਾਤਮਾ ਦਾ ਸਿਮਰਨ ਨਹੀਂ, ਯਾਦ ਰੱਖੀ ਸਾਰੇ ਦਾ ਸਾਰਾ ਮਨੁੱਖਾ ਜਨਮ ਵਿਅਰਥ। ਉਹ ਕਿਸੇ ਲੇਖੇ ਨਹੀਂ ਲੱਗਣਾ। ਵੇਖਣ ਵਾਲਾ ਆਖੇਗਾ, ਜਿਵੇਂ ਮਹਿੰਗੀ ਗੱਡੀ ਹੈ ਨਾ, ਉਹ ਵੇਖਣ ਵਾਲੇ ਆਖੇਗਾ ਕਿ ਗੱਡੀ ਬੜੀ ਸੋਹਣੀ ਹੈ, ਬੜੀ ਕੀਮਤੀ ਹੈ, ਇਹਦੇ ਵਿੱਚ ਆ ਫੀਚਰ, ਲੋਕ ਗੱਲਾਂ ਕਰਨਗੇ। ਪਰ ਗੱਡੀ ਦਾ ਮਾਲਕ ਆਖੇਗਾ ਕਿ ਭਲਿਆ ਤੁਹਾਨੂੰ ਅੰਦਰ ਦੀ ਗੱਲ ਕੀ ਦੱਸਾਂ, ਅੰਦਰ ਤੇਲ ਨਹੀਂ, ਇਹ ਥੋੜੀ ਜਿਹੀ ਵੀ ਨਹੀਂ ਚੱਲ ਸਕਦੀ। ਬਾਹਰੋਂ ਸਰੀਰ ਨੂੰ ਵੇਖ ਕੇ ਮਨੁੱਖ ਕਹਿੰਦਾ ਇਹਦੇ ਕੋਲ ਸੁਹੱਪਣ ਹੈ, ਧਨ ਹੈ, ਦੌਲਤ ਹੈ, ਦੁਨੀਆ ਦਾ ਐਸ਼ੋ ਆਰਾਮ ਹੈ। ਪਰ ਗੁਰੂ ਵੇਖ ਕੇ ਕਹਿੰਦਾ ਇਹਦੇ ਕੋਲ ਇੱਕ ਕਿਣਕਾ ਵੀ ਸਿਮਰਨ ਦਾ ਨਹੀਂ ਹੈਗਾ, ਇਹਨੂੰ ਮੈਂ ਅਗਲੇ ਪਾਸੇ ਕਿਵੇਂ ਤੋਰ ਦੇਵਾਂ। ਅੱਜ ਕਬੀਰ ਸਾਹਿਬ ਸਮਝਾ ਰਹੇ ਨੇ, ਕਹਿੰਦੇ ਕਾਹਦੇ ਵਾਸਤੇ? ਕੇਵਲ ਤੇ ਕੇਵਲ ਲੋਭ ਦੇ ਵਾਸਤੇ, ਧਨ ਪਦਾਰਥ ਦੇ ਵਾਸਤੇ, ਲਾਲਚ ਵਾਸਤੇ, ਜ਼ੁਬਾਨ ਦੇ ਚਸਕਿਆਂ ਵਾਸਤੇ ਪਰਮਾਤਮਾ ਨੂੰ ਭੁੱਲ ਕੇ ਬੈਠਾ ਗਿਆ। ਸਾਨੂੰ 24 ਘੰਟੇ ਇੱਕ ਦਿਨ 'ਚ ਮਿਲਦੇ ਨੇ, ਤੇ ਇਹ ਪਤਾ ਨਹੀਂ ਕਿੰਨੇ ਗੱਲ ਫਲਾਈ ਹੈ ਜੀ। ਕੁਝ ਗੱਲਾਂ ਨਾ ਸੀਨਾ ਬਸੀਨਾ ਚੱਲਦੀਆਂ ਨੇ ਜੀ। ਇਹ 24 ਘੰਟਿਆਂ 'ਚ ਤੁਸੀਂ ਦਸਵੰਧ ਕੱਢ ਲਿਓ। ਗੁਰਬਾਣੀ ਨੇ, ਇਹ ਜਿਹੜਾ ਗੁਰਮਤ ਨੇ ਦਸਵੰਧ ਪੈਸੇ ਦਾ ਮਨਜ਼ੂਰ ਕੀਤਾ ਹੈ। ਸਮੇਂ ਦੀ ਦਸਵੰਧ ਦੀ ਤਾਂ ਗੱਲ ਹੀ ਕੋਈ ਨਹੀਂ ਹੋਈ। ਸਮੇਂ ਦਾ ਸਾਨੂੰ ਨਿਤਨੇਮ ਦਿੱਤਾ ਹੋਇਆ ਹੈ। ਉਹ ਅੰਮ੍ਰਿਤ ਵੇਲੇ ਦਾ, ਸ਼ਾਮ ਦਾ ਤੇ ਰਾਤ ਵੇਲੇ ਦਾ, ਇਹ ਸਾਡਾ ਪੱਕਾ ਨਿਤਨੇਮ ਹੈ। ਬਾਣੀ ਜਿਹੜੀ ਸਿੱਖ ਨੇ ਹਰੇਕ ਸਵਾਸ ਦੇ ਨਾਲ, ਹਰੇਕ ਵੇਲੇ, ਹਰ ਸਮੇਂ ਜਿਹੜੀ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੈ, ਪੜ੍ਹਨੀ ਹੈ। ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਗੁਰਮੁਖੋ, ਮੈਂ ਅਕਸਰ ਇੱਕੋ ਗੱਲ ਕਰਦਾ ਹੁੰਦਾ ਕਿ 24 ਘੰਟਿਆਂ ਦੇ ਵਿੱਚੋਂ ਬਹੁਤਾ ਨਹੀਂ ਨਾ, ਤੁਸੀਂ ਆਪਣੇ ਜੀਵਨ ਦਾ ਅੱਧਾ ਪੌਣਾ ਘੰਟਾ ਗੁਰੂ ਦੇ ਲੇਖੇ ਲਾ ਦਿਓ। ਠੀਕ ਹੈ, ਕੁਝ ਮਰਿਆਦਾ ਵਾਲਿਆਂ ਨੂੰ ਮੇਰੀ ਗੱਲ ਨਹੀਂ ਪਚੇਗੀ, ਕਿਉਂਕਿ ਮਰਿਆਦਾ ਸਾਡੀ ਕਹਿੰਦੀ ਹੈ ਤੂੰ ਅੰਮ੍ਰਿਤ ਵੇਲੇ ਦਾ ਨਿਤਨੇਮ ਕਰ, ਰਹਿ ਰਾਸ ਕਰ, ਸੋਹਿਲਾ ਸਾਹਿਬ ਕਰ। ਅੰਮ੍ਰਿਤ ਵੇਲੇ ਨੂੰ ਪੌਣਾ ਕੁ ਘੰਟਾ ਲੱਗਦਾ ਹੈ, ਠੀਕ ਠੀਕ ਸਪੀਡ ਨਾਲ ਕੀਤਾ ਜਾਵੇ। ਜੇ ਕੋਈ ਹੌਲੀ ਕਰਦਾ ਘੰਟਾ, ਜਿਹੜਾ ਰੂਟੀਨ ਦੇ ਨਾਲ ਕਰਦਾ ਅੱਧਾ ਘੰਟਾ ਲੱਗਦਾ ਹੈ। ਉੱਦਾਂ ਸਾਨੂੰ ਰਹਿ ਰਾਸ ਨੂੰ ਲੱਗਦੇ ਨੇ 5-7 ਮਿੰਟ ਸੋਹਿਲਾ ਸਾਹਿਬ ਦੇ ਨੇ। ਪਰ ਇੱਕ ਗੱਲ ਯਾਦ ਰੱਖਿਓ, ਜੀਵਨ ਦੇ ਵਿੱਚ ਆਪਣੇ ਇੰਨਾ ਕੁ ਸਮਾਂ ਜ਼ਰੂਰ ਗੁਰੂ ਨੂੰ ਦੇ ਦਿਓ, ਜਦੋਂ ਦੁਨੀਆ ਦੀਆਂ ਸਾਰੀਆਂ ਤਾਕਤਾਂ ਤੁਹਾਡਾ ਸਾਥ ਛੱਡ ਜਾਣਗੀਆਂ ਨਾ, ਉਹ ਅੱਧਾ ਪੌਣਾ ਘੰਟਾ ਦਿੱਤਾ ਹੋਇਆ ਤੁਹਾਨੂੰ ਪਰਮਾਤਮਾ ਤੱਕ ਪਹੁੰਚਾ ਸਕਦਾ। ਜੇ ਮੇਰੇ ਸਾਹਮਣੇ ਇੱਕ ਗੱਲ ਆ ਗਈ ਯਾਦ, ਮੈਂ ਕਹਿ ਕੇ ਅੱਗੇ ਚੱਲਦਾ ਕਿ ਇੱਕ ਥੋੜ੍ਹਾ ਜਿੰਨਾ ਸਮਾਂ ਸਾਡਾ ਕਿਵੇਂ ਭਲਾ ਕਰ ਸਕਦਾ। ਇੱਕ ਵਾਰ ਇੱਕ ਬਾਪ ਨੇ ਆਪਣੇ ਪੁੱਤਰ ਨੂੰ ਕਿਸੇ ਦੂਰ ਜਿਹੜਾ ਸੀ ਪੜ੍ਹਨ ਦੇ ਵਾਸਤੇ ਭੇਜਣਾ ਸੀ। ਜਿਵੇਂ ਸਾਡੇ ਕੋਲ ਬੱਚੇ ਆਉਂਦੇ ਨੇ ਇੱਥੇ ਯੂਨੀਵਰਸਿਟੀ ਪੜ੍ਹਨ ਦੇ ਵਿੱਚ, ਜਦੋਂ ਬੱਚਾ ਪੁੱਤਰ ਸੀ, ਜਵਾਨ ਸੀ, ਘਰੋਂ ਤੁਰਨ ਲੱਗਾ ਨਾ, ਤੇ ਬਾਪ ਨੇ ਬੜੀ ਸੋਹਣੀ ਗੱਲ ਕੀਤੀ। ਬਾਪ ਨੇ ਇੱਕ ਜਪਜੀ ਸਾਹਿਬ ਦਾ ਗੁਟਕਾ ਦੇ ਦਿੱਤਾ। ਕਹਿਣ ਲੱਗਾ, ਪੁੱਤਰ ਇਸ ਗੁਟਕੇ ਨੂੰ ਆਪਣੇ ਕੋਲ ਰੱਖ ਲੈ, ਇਹ ਜਪਜੀ ਸਾਹਿਬ ਗੁਰੂ ਨਾਨਕ ਦਾ ਹਿਰਦਾ ਹੈ, ਗੁਰੂ ਨਾਨਕ ਦੀ ਬਾਂਹ ਹੈ। ਹੁਣ ਮੁੰਡਾ ਪੜ੍ਹਿਆ ਲਿਖਿਆ ਸੀ ਅੱਜ ਦੇ ਸਮੇਂ ਦਾ, ਕਹਿੰਦਾ ਪਾਪਾ ਮੈਂ ਰੱਬ ਨੂੰ ਮੰਨਦਾ ਹੀ ਕੋਈ ਨਹੀਂ, ਮੈਨੂੰ ਲੋੜ ਹੀ ਕੀ ਹੈ ਰੱਬ ਦੀ, ਮੇਰੇ ਕੋਲ ਸਮਾਂ ਨਹੀਂ ਹੈਗਾ, ਮੈਂ ਉੱਥੇ ਪੜ੍ਹਾਈ ਕਰਨ ਜਾਣੀ ਹੈ, ਪਾਠ ਕਰਨ ਨਹੀਂ ਜਾਣਾ, ਜੋ ਸਾਡੇ ਬੱਚਿਆਂ ਦਾ ਜਵਾਬ ਹੁੰਦਾ ਹੈ। ਉਹਦੇ ਬਾਪ ਨੇ ਕਿਹਾ, ਕਹਿੰਦਾ ਪੁੱਤਰ ਮੈਂ ਤੈਨੂੰ ਪੜ੍ਹਨ ਵਾਸਤੇ ਨਹੀਂ ਕਹਿੰਦਾ, ਮੈਂ ਇੱਕ ਗੱਲ ਕਹਿਣਾ ਹਾਂ, ਮੇਰਾ ਭਰੋਸਾ ਇਹ ਜਪਜੀ ਸਾਹਿਬ ਗੁਰੂ ਨਾਨਕ ਦੀ ਬਾਂਹ ਹੈ, ਤੂੰ ਇਹਨੂੰ ਕੋਲ ਰੱਖ। ਤੂੰ ਕਾਲਜ, ਤੂੰ ਯੂਨੀਵਰਸਿਟੀ ਦੀ ਜ਼ਿੰਦਗੀ ਜੀਣੀ ਹੈ, ਉਹਦੇ ਵਿੱਚ ਇਹੋ ਜਿਹੇ ਉਤਰਾਅ ਚੜਾਅ ਆਉਣਗੇ, ਨਾ ਤੂੰ ਸਾਡੇ ਨਾਲ ਸਾਂਝੇ ਕਰ ਸਕਦਾ ਹੈ, ਨਾ ਆਪਣੇ ਕਿਸੇ ਸਰਕਲ, ਫਰੈਂਡ ਸਰਕਲ ਜਾਂ ਘਰਦਿਆਂ ਦੇ ਨਾਲ ਸਾਂਝੇ ਕਰ ਸਕਦਾ ਹੈ। ਜਿੱਥੇ ਤੈਨੂੰ ਲੱਗੇਗਾ ਮੈਂ ਜ਼ਿੰਦਗੀ ਦੀ ਬਾਜੀ ਹਾਰ ਗਿਆ, ਉੱਥੇ ਆ ਬਾਬੇ ਨਾਨਕ ਦੀ ਬਾਂਹ ਫੜ ਲਈ, ਬਾਬਾ ਨਾਨਕ ਤੈਨੂੰ ਪਾਰ ਉਤਾਰਾ ਕਰ ਦੇਵੇਗਾ। ਉਹਨੇ ਬਾਪ ਨੇ ਇੱਕੋ ਗੱਲ ਕਹੀ, ਕਹਿੰਦਾ ਤੈਨੂੰ ਮੈਂ ਇਹ ਨਹੀਂ ਕਹਿੰਦਾ ਤੂੰ ਰੋਜ਼ ਪੜ੍ਹ, ਮੈਂ ਬਸ ਇੱਕੋ ਗੱਲ ਕਹਿੰਦਾ, ਮੈਂ ਇਹਨੂੰ ਦੇ ਰਿਹਾ, ਇਹਨੂੰ ਮੇਰੇ ਵੱਲੋਂ ਗਿਫਟ ਜਾਣ ਕੇ ਤੂੰ ਕਿਸੇ ਚੰਗੀ ਥਾਂ 'ਤੇ ਰੱਖ ਛੜੀ। ਜਿੱਦਣ ਤੈਨੂੰ ਲੱਗੇਗਾ ਕਿ ਮੈਂ ਬਸ ਜੀਵਨ ਮੇਰਾ ਖਤਮ ਹੋ ਗਿਆ, ਜੀਵਨ ਦਾ ਕੋਈ ਮਕਸਦ ਨਹੀਂ ਰਹਿ ਗਿਆ, ਸਾਰਾ ਕੁਝ ਜਿਹੜੀ ਜ਼ਿੰਦਗੀ ਹਾਰ ਚੁੱਕਾ ਹਾਂ, ਉਸ ਦਿਨ ਗੁਰੂ ਨਾਨਕ ਨੂੰ ਪੁਕਾਰ ਕੇ ਉਹਦੀ ਬਾਂਹ ਫੜ ਲਈ। ਮੇਰਾ ਭਰੋਸਾ ਹੈ, ਤੂੰ ਮੇਰਾ ਪੁੱਤਰ ਹੈ, ਮੈਂ ਗੁਰੂ ਨਾਨਕ 'ਤੇ ਭਰੋਸਾ ਕਰਕੇ ਕਹਿੰਦਾ ਮੇਰਾ ਬਾਬਾ ਨਾਨਕ ਮੇਰੇ ਪੁੱਤਰ ਦੀ ਬਾਂਹ ਜ਼ਰੂਰ ਫੜੇਗਾ। ਉਹ ਬੱਚਾ ਜੀ ਗੁਟਕਾ ਲੈ ਕੇ ਘਰੋਂ ਆਪਣਾ ਸਮਾਨ ਲੈ ਕੇ ਯੂਨੀਵਰਸਿਟੀ ਆ ਗਿਆ, रूम लैके रहन लग पिया। ये लाइफ बड़ी टेढ़ी जी हुंदी है साडी कालज लाइफ जिहड़ी हुंदी। कई जिंदगी दे विच उतरा चढ़ा आए, अखीरी कुदरती भाना इहो जिहा वापरिया, इहो जिहा समा आ गया, बच्चा सारी जिंदगी की बाजी हार गया। मन सोचता है कि मना तेरे वास्ते बचिया ही कुछ नहीं जिंदगी दे विच, की करना तू इहो जी जिंदगी नूं, किन्ना चंगा होवे तू सुसाइड कर जावें। कुछ इहो जे इंसीडेंट हो जाते हैं साडी यूनीवर्सिटियां कालजां दे विच, बच्चे कर जाते हैं। तू की करनी इहो जी जिंदगी, कुछ नहीं रहा तेरे कोल, सारा कुछ खत्म हो गया। जिस वेले वो बच्चा फाह लैन लगा ना, उन्होंने प्यो की गल याद आ गई। कहना मेरे प्यो ने कहा सी जदों सारे हीले खत्म हो जाण उदों गुरु नानक नूं पुकार लवी, वो तेरी बांह फड़ेगा। उन्हें की कीता, रस्सा पिया रहन ता जपजी साहिब दा गुड़का चुकिया, पाठ किया,
पाठ करदिया करदे इहो जी परमात्मा की उहदे ते कृपा हुई, उहदा मन तब्दील हो गया। उन्हें जिंदगी दे विच अपने मन नूं समझा के इहो जी बाजी मारी, जित्तियां होईयां बाजियां सारियां हारियां जिहड़ियां सन, हारियां होईयां बाजियां नूं जित के एक दिन कामयाब होकर यूनीवर्सिटी दे विचों निकल गया। जिस वेले वो बच्चा पढ़ के किसी टिकाने लगा ना, घर गया, बाप ने पूछा किद्दां दे 4-5 साल निकले। वो फिर बच्चे ने इक्को गल कही, कहंदा बापा पिता जी पापा तुहाडा बाबे नानक दी बांह काम आ गई मेरे। कहंदा मैं डुब गया सा, तुहानू नहीं सी दस सकदा, किसे नूं सी नहीं सी दस सकदा, पर मैं बाबे नानक नूं दस्या, अज मैं कामयाब होके परत के तुहाडे कोल आ गया। मैं इस करके बेनती करदा हुंदा, ये सानू साडे जिहड़े मर्यादा पुरशोत्तम ने ना, जिन्ने भी धर्म के ठेकेदार ने, उन्होंने इन्ना क ज़्यादा टाइट करके रख दिता कि आम बच्चा साडा, आम नौजवान या आम संगत का कोई प्यारा जिहड़ा वो बाणी नूं पढ़न तो बहुत ज़्यादा असीं डराउने हैं। पर मैं एक गल भावना नाल आखदा, तुहाडे अंदर गुरु नानक दी अंश है, तुसीं इस भावना दे नाल बाणी जरूर पढ़ो। जिंदगी के उतरा चढ़ा आउणगे, पर याद रखियो जिथे संसार फड़ के डोबेगा उत्थे गुरु नानक दी जपजी सानू तार देवेगी। जिथों मैं गल शुरू की सी, अपने जीवन का अद्धा क घंटा, बहुता नहीं मैं कहता, अद्धा पौना घंटा जरूर पाठ वाले पासे लाइए, क्योंकि वो थोड़ा थोड़ा जपिया होया नाम ही जिहड़ा एक दिन नूं साडा जीवन जिहड़ा वो खुशियां दे नाल भर सकदा है। एक उदाहरण दे के मैं शब्द वल आवां, असीं पानी की टैंकी भरदे हां ते जिहड़ियां साडे घरां च नॉर्मल मोटरां लगियां होईयां ने, जिन्हां दे सरकारी पानी आउंदा, वो अद्धी क दी जिहड़ी पाइप है बिल्कुल छोटी हुंदी है। जिहड़ा साडे कोल वड्डी टूटी च पानी आउंदा है जां असीं मोटर समरसीबल करवाउने आ, वो एक दी पाइप हुंदी है 1 इंची, है ना, उहनूं तुसीं टैंकी नूं जदों भरदे जे, इक्के दम तो नहीं ना भरदी, वो 10-20 मिनट अद्धा घंटा लैंदी है। थोड़ा थोड़ा पिया होया पानी तुहाडी 500 लीटर 1000-2000 लीटर की टैंकी भर जाती है। याद रखियो 10-10 20-20 मिनट अद्धा घंटा जपिया होया नाम जिहड़ा है वो मनुखा जन्म इहो जिहा खुशियां दे नाल भर देवेगा कि साडे दुखां तो खैड़ा छुट जाता है। पर वो सानू भरना रूटीन दे नाल पैना है। ये नहीं कि तुसीं अज कहा भी अज मैं पाठ कर लिया तो कल नूं मेरा टाइम नहीं लगा, कल नूं मैं छड्ड के बैठ गया। वो फिर इदां हो जाएगा कि जिवें कोई कलर मिट्टी दे विच पानी पाई जाए, अज पानी पाता कल नूं चेता भुल गया, वो फिर सुक्की दी सुक्की रह गई। कोई भी काम करना उन्होंने रूटीन दे नाल वो करांगे तो वो असर जरूर करता है। सो इत्थे कबीर साहब जी जिहड़ी मैं गल कर रहा, कबीर साहब जी कह लगे पुरानी काहे को लोभ लागे रतन जन्म खोया। कहंदे की हो गया तैनूं लोभ दे विच फस के तू जिहड़ा एडा कीमती मनुखा जन्म सारे दा सारा बर्बाद कर बैठा। मैं परसों भी शायद कहा सी, निक्कियां निक्कियां गल्लां जिहड़ियां ने वो असी अपने जीवन नूं तबाह कर बैठते, मगर कुछ नहीं निकलदा उन्हां दे। पर केवल तो केवल असी इहो सोचते हैं, एक मन नूं समझाउण दी गल है जी। ये मनोविग्यान भी इहो गल करदा है, तो बाणी भी इहो गल करदी है, तो खेड भी सारी मन दे दुआले है। मैं तो अपने ना कई बार प्रैक्टिकल करके देखदा ना, जो किते सिर दर्द करे ना ज़्यादा, तो मनुख सोचता है कि सिर फड़ के बैठ जाता है कि मेरा अज सिर पीड़ हो रहा, मेरे को होना कछ नहीं है। तुसीं 2 मिनट अपने मूड नूं चेंज करके थोड़ा जिहा मन नूं समझाओ तैनूं की होया है, वेखियो 2-4 मिनटां दे विच सिर पीड़ भी उड़ जाती है। जे तुसीं उहनूं उसे नूं निक्की जी नूं लैके बह गए ना, हाए मेरा सिर पीड़ सिर पीड़ सिर पीड़, उही सिर पीड़ एक दिन रोग बन जाएगा। जे इसे नूं तुसीं हौसला करके बैठ गए तो याद रखियो वो सिर पीड़ कुछ भी नहीं है। अज तक जिन्ने भी डॉक्टर ने नाल सानूं दवाई दे के हौसला देंदे ने, कहिंदे ने कोई नहीं भरोसा रख तू राजी होवेगा। तो मनोविग्यान कहिंदा दवाई जिहड़ी है 30% काम करदी है, 70% हौसला काम करता है। कोई भी असी काम करते हैं ना, उहदे मगर जिहड़ा है साडियां मन दीयां तरंगां काम करदियां ने। तो कबीर साहब कहिंदे तू अपना मन हारी बैठा है, लोभ दे विच लग के मनुखा जन्म हारी बैठा है। परमात्मा का नाम छड्ड के अपने मन नूं स्ट्रॉन्ग करना है, अपने मन नूं जिहड़ा है वो मजबूत करना है। वो मजबूत होना सी परमेश्वर के नाम के नाल। इन्हें की कीता जी, पूर्व जन्म कहंदे पूर्वले कीते होए कर्मां अनुसार जिहड़ा तैनूं कीमती जन्म मिलिया सी ना, कर्म भूम कहंदे वो कर्मा रूपी भूमि दे विच बीज ना ही बोया, इन्हें आण के एक भी परमात्मा का नाम का जिहड़ा सी वो बीज नहीं पाया। तो एक गल याद रखियो, साडे कोल मान लो जमीन पई है 2-4 किले 10 किले एकड़ कई किले हज़ारां किले पई है, जे उहदे विच तुसीं एक भी दाना बीज का नहीं ना पाउंदे, वो सारी दी सारी जिहड़ी जमीन वो व्यर्थ है, उतों तुहानूं कुछ प्राप्त नहीं होने वाला। मनुखा जन्म सानूं मिलिया है,
कोई 80 साल जी जाता है, कोई 100 साल जी जाता, जे नाम ना जपिया ये सारे का सारा व्यर्थ चले जाना है। सो ये अज के पावन शब्द का अंतरी भाव है। आरंभ दे विच कबीर साहब जी बख्शिश करते हैं, आसा श्री कबीर जीओ के तिप दे 8 2 तुके 7 1 तुका 1। इनू थोड़ा जिहा ध्यान ना समझ लियो, जो असी बाणी पढ़ते ये चीज़ां साडी मदद करदियां ने। मैं बड़ी बारी एक बेनती करदा हुन्ना कि जो भाई गुरदास जी ने ये पावन बीड़ लिखी ना, आदि ग्रंथ की बीड़, ये जिन्होंने गुरु अर्जुन साहब ने लिखाया, निक्की निक्की गल बरीकी दे नाल पाई। उहदा कारण सी जे अज भी कोई बाणी दे नाल छेड़छाड़ करके कोई वाधू घाटू शब्द पाउण लगेगा ना, आ सारी गिनती उन्होंने हिलाउणी पैंदी है। इनू समझना पैंदा कि ये लिखिया की होया है। हुण एवें ते लिख नहीं दिता, चलो मैं ये अर्थ कर देना। आसा, आसा राग है श्री कबीर जीओ के भगत कबीर साहब जी दे एक कॉन्सैप्ट बना के दे रहे हैं, एक पैरा बना के दे रहे हैं। वो पैरे दे विच की आउणा जी, भगत कबीर साहब दे आसा राग दे विच तिप दे आउणे ने। तिप दे दा अर्थ हुंदा 3 पदे, मतलब 3 ते फिर इनू थोड़ा जिहा समझ लईए। जिवें असीं जपजी साहब पढ़दे आ, तुसीं पंक्ति आरंभ करदे जे कि सोचिया सोच न होवई जे सोची लख वार। ਉਹ ਤੋਂ पढ़ते पढ़ते थले आउंदे जे हुक्म रजाई चलना नानक लिखिया नाल, अगे की 2 डंडे अगे एक आउंदा है। वो एके दा भाव है एक पदा हो गया, उत्थे काउंटिंग जिहड़ी ओहदी गिनती वो एक पदा हो गया। अगे फिर पौड़ी चलदी हुक्मी होवन आकार, ओहदी फिर जाके समाप्ति हुंदी है, उत्थे 2 आ जांदा है। अगे फिर पंक्ति चलदी है, फिर 2 डंडे आके 3 आ जांदा। वो गिनती है, जिथे एक आ गया वो एक पदा, 2 आ गए 2 3। वो इस तरीके दे नाल इत्थे है जी तिप दे 3 जिहड़े ने 3 पालां वाले 3 पदे जिहड़े ने, जां 3 बंदां दा एक पदा बनना है। वो तिप दे जिहड़े ने 8 ने। जिहड़ा ये पैराग्राफ सानूं मिल रहा है ना, इहदे विच तिप दियां दी गिनती जिहड़ी 8 आवेगी। तिप दे 8, उन्हां दे विचों 2 तुके 7, 2 तुकां होणगीਆਂ। 2 तुकां दा एक पदा बनना है ते 2 तुकां दा एक पदा, ते ये जिहड़े ने 3 पदियां दा एक पदा बन गया। भाव 3 दूनी 6, 6 पंक्तियां हो गई, 2 रहाओ वाले बंद हो गए, पंक्तियां हो गई 8 पंक्तियां आउणियां ने। रहाओ वाले बंद जिहड़ा वो गिनती च नहीं कदी भी आउंदा। तिप दे 8, ये 3 पदियां वाले 8 शब्द गां आने ने। इन्हां विचों 2 तुके 2 तुकां वाले 7, ये 7 शब्द जिहड़े ने वो 2 तुकां वाले होणगे। अगे एक तुका एक ते एक तुक वाला एक शब्द होगा। 7 ते 1 कितनी होगी गिनती? 8। आरंभ च की आया सी तिप दे 8, यदा भाव हो गया 8 जिहड़े शब्द 3 पदियां वाले आने जे, उन्हां दे विचों भलिया 2 पदियां वाले 7 ने ते 1 पदे वाला जिहड़ा एक जिहड़ा शब्द है। एक कॉन्सैप्ट जिहड़ा एक पैराग्राफ सानू पूरे का पूरा गुरु अर्जुन साहब महाराज जी भगत कबीर साहब जी का लेके दे रहे हैं। सो ये आसा राग दे गुरु ग्रंथ साहब के 481 अंग ते सुभाईमान। अगे शब्द एक ओंकार सतगुर प्रसाद, वो परिपूर्ण परमात्मा अकाल पुरख वाहिगुरू एक है। उहदी प्राप्ति जिहड़ी है सतगुरां दी दया दे नाल हुंदी है। अगे हुण भगत कबीर साहब की बाणी आरंभ हो रही है। ये जानकारी गुरु अर्जुन साहब दी, ये याद रखियो। कहन लगे बिंद ते जिन पिंड किया अगन कुंड रहाया। बिंद का अर्थ है पिता का मैला पानी। थोड़े जिहे संकोच के आपां चलांगे। बिंद ते जिन, जिन का अर्थ करांगे जिसने, पिंड का अर्थ है शरीर, किया का अर्थ है बना दिता, अगन दे नन्ने नूं सिहारी है, अगन का अर्थ करांगे अग, कुंड का अर्थ करांगे माँ का उदर, माँ का पेट जिहदे दुआले जठर अगन हुंदी है, रहाया का अर्थ करांगे रख्या कीती है। ये पंक्ति का अर्थ ये हो गया कि तेरी जिहड़ी पैदाइश है वो पिता दे एक बिंद तो एक बूंद तो है। जदों वो बूंद ने विस्तार किया, माँ के उदर दे विच परमात्मा ने तेरा जिहड़ा सी शरीर घड़िया, ते अगन कुंड दे विच जठर अगन दे विच तेरी रख्या करके तेरा जिहड़ा सी वो सारा ढांचा तेरा शरीर तैयार हुंदा है, जो अज की सच्चाई जिन्होंने साइंस मनदी है। अगे कहन लगे 10 मास माता उदर राखिया बहुर लागी माया। कहते वो मात गर्भ दे विच जिहड़ा बच्चा है वो 10 का अर्थ है गिनती है, 10 मास का अर्थ है महीने। कहते 10 महीने बच्चा माँ के उदर दे विच रहा, उत्थे परमात्मा ने रख्या की, बहुर लागी माया। उस तो बाद जो यदा जन्म हुंदा है, जन्म तो बाद इनू जिहड़ा है वो माया का प्रभाव पैना शुरू हो जाता है। हुण इत्थे कुछ गल्लां जिहड़ियां मैडिकल साइंस नहीं सहमत होवेगी। जिवें ये अज जिहड़ी डिलीवरी चलदी है ना बच्चों की, वो 9 महीने की है, तकरीबन 9 महीनों तो बाद जिहड़ा बच्चे का जन्म हो जाता है। पर गुरबाणी दे विच कई थावां ते ना 10 मास आया है।
कदी ये भुलेखे दे ना विच ना पै जिओ कि शायद गुरबाणी गलत करदी है। ये 10 मास का अर्थ हुंदा जी 9 महीनों तो जो उत्ते एक कई बार दिन चल जाते हैं ना, कोई एक दिन भी चला गया उन्होंने 10वां कह दें 10वां महीना ला के उन्होंने 10वें महीने के गिणिया जाता है। सो इस करके कोई किसी का जन्म 9वें महीने के कोई 2-4 दिन पहला हो जाता, किसी का 2-4 दिन मगरों हो जाता। अजकल तो ऑपरेट कर दिता जाता है। सो इस करके इत्थे जिहड़ा शब्द है, जो पुराना नॉर्मल डिलीवरी हुंदी सी उदों 1-2 दिन जे उत्ते भी दाइयां ने उडीक लैने तो वह 10वें महीने का पक्ष लग सकता हुंदा सी। इस करके कबीर साहब ने गुरु ग्रंथ साहब के कई थावां ते 10 मास आया है। सो इत्थे बख्शिश करते हैं 10 मास माता उदर रखिया, माँ ने तेनों अपने उदर दे विच पेट दे विच 10 महीने रखिया, बाहर लागी माया। पर जदों तू मात गर्भ तो बाहर आया, जदों तेरा जन्म होया तेनों उस वेले माया ने प्रभाव पा दिता। भाव मात गर्भ दे विच तू परमात्मा का नाम जपदा सा, जदों तेरा जन्म होया उदों तू परमात्मा का सिमरन छड्ड के ते संसार की मोह माया दे विच फस गया। प्राणी काहे लोभ लागे, कहंदे की होया तू लोभ लालच दे विच क्यों फस गया। रतन जन्म खोया, कीमती अपना मनुखा जन्म वो गवा चुका है। पूरब जन्म कर्म भूम, कहंदे कर्मा रूपी भूमि के उत्ते जिहड़ी तैनूं पूर्व जन्मां दे कारण मिली हुई सी, बीज नाही बोया, कहंदे इहदे विच तूं मनुखा जन्म प्राप्त करके क्यों परमेश्वर का नाम नहीं जपिया। एक गल याद रखियो, गुरबाणी ने 2 दुखों नूं बहुत भारा मन्निया है, एक जन्म का एक मौत का। ये सब तो भयानक ने। जदों बच्चे का जन्म हुंदा है तो वो आप देखते अज सारा कुछ स्कैन हो जाता है ना, लुकाउण वाली कोई गल नहीं, मैडिकल साइंस सामने है। बच्चा उल्टा लमकिया है, वो उल्टा लमकना कोई सौखा नहीं, जन्म का समा भी बड़ा औखा है। जदों मौत आउंदी है तो याद रखियो कई बंदे मरते ने, उन्हों का शरीर फिर कंबदा है, तन कपे है ना, सुहा हुआ सेहत, वो कई बार हथ शरीर कंबदा है, अखां बाहर नूं आ जांदियां ने, कई कुछ शरीर दे नाल हरकत वापरदी। ये जन्म तो मौत बड़ी भयानक है। कबीर साहब कहते जे जन्म लै लिया तू कष्ट झल ही लए ने, तो फिर हुण मनुखा जन्म बाकी गां का तो गवाई जाना है। जे इन्ने कष्ट झल के जम शरीर प्राप्त हो ही गया होण ते गां सौखा ही है ना। जन्म तो बाद जिहड़ी जिंदगी विचली है ना वो सौखी हुंदी है। याद रखियो कोई किताब लिखदा है ना, किताब का शुरुआत एंड उत्ते मेहनत लगती है, विच कई को जो मर्जी लिख दिता जाए। जिहड़ी कोई किताब पढ़दा वो शुरुआत तो वेखेगा इन्हें भूमिका की बद्धी है, एंड वेखेगा इन्हें एंड की कीता होया है। सो साडी जिंदगी शुरुआत ते एंड औखा है, विच असी जिहड़ा है वो 19-21 चलती रहिंदी है। सो इत्थे कबीर साहब कह रहे ने, कहंदे भलिया प्राणी काहे को लोभ लागे, किहड़े लोभ दे विच फस गए। रतन जन्म खोया, कर्म पूरब जन्म कर्म भूम, बीज नाही बोया, तैनूं मिलिया होया जिहड़ा पूर्व कर्मां तो जिहड़ा मनुखा जन्म सी ना, एक कर्म रूपी भूमि दे विच तू परमात्मा दे नाम दा बीज क्यों नहीं पाया। क्यों तू मनुखा जन्म प्राप्त करके सिमरन करके सिमरन छड्ड के ते लोभ लालच दे विच जुड़ चुका है। रहाओ हुण कई वारी मनुख कहंदा जी चलो अज नहीं मैं कल तो सिमरन, इदां ही है ना। कोई काम कहिए ना भी आह काम कर ला तैनूं पैसे का फायदा होएगा, वो आंदा चलो चलीए। जे आखिए तू सिमरन कर ला बंदगी कर, कहंदा मैं कल नूं करांगा, अज की कहंदा अज मैं नहा के नहीं आया। निक्के निक्के गल्लां दे बहाने ने, अज मैं अंडा खाया, अज मैं मीट खाया, निक्के निक्के गल के बहाने ने, अज मेरे को टाइम है नहीं, अज मेरी मीटिंग है, निक्कियां निक्कियां गल्लां दे बहाने ने, काहदे वास्ते नाम तो भजदा है। कबीर साहब कहन लगे बारिक ते बिरध भया, कहंदे ये बहानियां दे नाल तू बच्चे तो लैके बुढ़ा हो चुका है। अज तक बच्चे तो बुढ़े ये पीरियड चलदा ना साडा, कहंदे बच्चे वेले भी तेरे इहो बहाने सी, उदों निक्के निक्के खिडौणिਆਂ नाल खेडदा सा, नकलियां दे नाल, हुण वड्डियां खिडौणिਆਂ दे नाल खेडदा है। छोटा सी ते छोटी कार सी रिमोट वाली, ਵੱਡਾ है तो वड्डी कार है, वो भी खिडौना सी ते ये भी तो खिडौना ही है। छोटा सी ते रेत दे विच पैर फसा के घर बनाउंदा सी, वड्डा सी ते रेत च सीमट पा के पक्का घर बना ले, है तो सारा कुछ खिडौना ही है ना। ये सारे खिडौणिਆਂ दे नाल ही लगा रहा बचपन तो लैके बुढ़े होण तक। बारिक ते बिरध भया, अगे कह लगे जे चल तू हुण भी बुढ़ा भी हो गया है ना, छड़ दे इस गल नूं, पछता ना। कई बार साडे बजुर्ग ने जिन्होंने समझ लग जाए वो फिर मत्थे ते हथ रख के फिरते हैं, मैं जी सारा समा कढ़ दिता, सारा समा कढ़ दिता। कबीर साहब कहते फिर की हो गया, निकल गया। कहते होना सो होया, कहते जिहड़ा हो चुका उन्होंने छड़ दे, जिहड़ा समा लंघ ही गया है उन्होंने असीं सुधार नहीं सकते। फिर उहदे बारे सोचना की है, जिन्होंने भाई नंद लाल दूजा जी कहते हैं ना कि आग्या देख चलो नंद लाला पातशाह जो बीती सो बीती। जे पिछे नहीं नाम जपया तो छड़ दे, होन जप ला। कह लगे बारिक ते बिरध भया होना सो होया। एक गल याद रखी, जे बुढ़ा हो के भी तू नाम ना जपया, जा जम आए झोट पकड़ै। झोट का अर्थ करांगे जूड़ा, सिर दे उत्तों
ਜਾ ਦਾ ਅਰਥ ਕਰਾਂਗੇ ਜਦੋਂ ਕਹਿੰਦੇ ਜੇ ਤੂੰ ਬੁੱਢਾ ਹੋ ਕੇ ਵੀ ਪ੍ਰਮਾਤਮਾ ਦਾ ਨਾਮ ਨਾ ਜਪਿਆ, ਯਾਦ ਰੱਖੀ ਜਿਸ ਵੇਲੇ ਜਮਾ ਨੇ ਆਣ ਕੇ ਤੈਨੂੰ ਵਾਲਾਂ ਤੋਂ ਫੜ ਕੇ ਧੂਣਾ ਹੈ ਨਾ, ਤਬ ਕਾਹੇ ਰੋਇਆ, ਕਹਿੰਦੇ ਫਿਰ ਤੂੰ ਰੋਵੇਂਗਾ, ਤੇਰੇ ਰੋਣ ਦਾ ਕੀ ਫਾਇਦਾ ਹੋਣਾ ਹੈ। ਅਜੇ ਤੇਰੇ ਕੋਲ ਸਮਾਂ ਹੈ, ਅਜੇ ਤੂੰ ਬਜ਼ੁਰਗ ਹੋ ਗਿਆ ਹੈ, ਪਰ ਅਜੇ ਜੰਮ ਨਹੀਂ ਪਹੁੰਚੇ। ਇੱਕ ਅਵਸਥਾ ਹੈ ਤੇਰੇ ਕੋਲ ਬਜ਼ੁਰਗੀ ਹੈ, ਉਹਦੇ ਵਿੱਚ ਵੀ ਤੂੰ ਨਾਮ ਜਪ ਸਕਦਾ ਹੈ, ਪਰ ਜਦੋਂ ਜਮਾਂ ਨੇ ਆਣ ਕੇ ਵਾਲਾਂ ਤੋਂ ਧੂ ਲਿਆ ਉਦੋਂ ਤੈਨੂੰ ਰੋਣ ਤੋਂ ਸਿਵਾਏ ਹੋਰ ਕੁਛ ਨਹੀਂ ਮਿਲਣਾ, ਤੇ ਰੋਣ ਦਾ ਵੀ ਕੋਈ ਫਾਇਦਾ ਨਹੀਂ ਹੋਣਾ। ਕਹਿਣ ਲੱਗੇ ਜੀਵਨ ਹੈ ਕੀ ਆਸ ਕਰੇ, ਕਹਿੰਦੇ ਮਨੁੱਖ ਬੁੱਢਾ ਹੋ ਜਾਂਦਾ ਤੇ ਤਾਂ ਵੀ ਆਂਦਾ ਕਿ ਮੈਂ 2-4 ਦਿਨ ਹੋਰ ਕੱਢ ਜਾਵਾਂ। ਜੇ ਕਿਸੇ ਬਜ਼ੁਰਗ ਨੂੰ ਆਖੀ ਨਾ ਬਾਬਾ ਕੀ ਹਾਲ ਹੈ, ਉਹ ਕਹਿੰਦਾ ਐਤਕੀ ਦੀ ਠੰਡ ਤੇ ਮੈਂ ਕੱਢ ਹੀ ਜਾਊਂਗਾ ਨਾ, ਇੱਦਾਂ ਹੀ ਕਹਿੰਦਾ ਨਾ। ਜੇ ਗਰਮੀ ਹੈ ਕਹਿੰਦਾ ਨਹੀਂ ਐਤਕੀ ਗਰਮੀ ਨਹੀਂ ਮੈਂ ਕਿਤੇ ਜਾਂਦਾ। ਉਹ ਕਬੀਰ ਸਾਹਿਬ ਕਹਿੰਦੇ ਅਜੇ ਵੀ ਆਸ ਲਾਈ ਫਿਰਦਾ ਹੈ। ਜੀਵਨ ਹੈ ਕੀ ਆਸ ਕਰੇ ਤੇ ਜਮ ਨਿਹਾਰੈ ਸਾਸਾ, ਨਿਹਾਰੇ ਦਾ ਅਰਥ ਤੱਕਣਾ। ਕਹਿੰਦੇ ਜਮ ਉਧਰ ਵਹਿੰਦਾ ਪਿਆ ਹੈ ਵੀ ਇਹਦੀ ਪੜਾਅ ਦਰ ਪੜਾਅ ਉਮਰ ਘਟਦੀ ਜਾ ਰਹੀ ਹੈ, ਇਹ ਮੇਰੇ ਵੱਲ ਆ ਰਿਹਾ। ਬੰਦਾ ਕਹਿ ਰਿਹਾ ਮੈਂ ਸਿਆਲ ਕੱਢ ਦਾਂਗਾ, ਜਮ ਕਹਿੰਦਾ ਮੈਂ ਕੱਢਣ ਕੋਈ ਨਹੀਂ ਦੇਣਾ, ਗੱਲ ਹੀ ਕੋਈ ਨਹੀਂ। ਜਿਹਨੂੰ ਬਾਣੀ ਕਹਿੰਦੀ ਹੈ ਕਿ ਔਧ ਘਟੈ ਦਿਨ ਸਰੈ ਨਾਰੇ, ਇਹ ਦਿਨ ਰਾਤ ਕਰਕੇ ਸਾਡੀ ਉਮਰ ਘਟਦੀ ਪਈ ਹੈ। ਜੀਵਨ ਹੈ ਕਿ ਆਸ ਕਰੈ ਜਮ ਨਿਹਾਰੈ ਸਾਸਾ। ਅਖੀਰ ਤੇ ਕਹਿਣ ਲੱਗੇ ਬਾਜੀਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ। ਕਹਿਣ ਲੱਗੇ ਭਲਿਆ ਇਹ ਸੰਸਾਰ ਜਿਹੜਾ ਬਾਜੀਗਰ ਦੀ ਤਮਾਸ਼ੇ ਵਰਗਾ, ਜਿਵੇਂ ਬਾਜੀਗਰ ਖੇਡ ਪਾਉਂਦਾ ਹੈ ਨਾ, ਉਹ ਉਹਦੇ ਮਦਾਰੀ ਦੇ ਤਮਾਸ਼ੇ ਵਰਗਾ ਹੈ। ਇਸ ਕਰਕੇ ਇਸ ਤਮਾਸ਼ੇ ਨੂੰ ਛੱਡ, ਇੱਕ ਰਾਹੀ ਹੈ, ਮੈਂ ਸਮਾਪਤੀ ਕਰਾਂ, ਇੱਕ ਰਾਹੀ ਹੈ, ਰਾਹ ਦੇ ਵਿੱਚ ਬਾਜੀਗਰ ਦਾ ਤਮਾਸ਼ਾ ਲੱਗਾ ਹੈ, ਰਾਹੀ ਆਪਣੇ ਪੈਂਡੇ ਨੂੰ ਤੁਰ ਜਾਂਦਾ। ਜੇ ਤਮਾਸ਼ੇ ਵੇਖਣ ਲੱਗ ਪਏ ਉਹ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਜਿਨੇ ਪਰਮੇਸ਼ਰ ਦਾ ਨਾਮ ਜਪਣਾ ਹੈ ਉਹ ਸੰਸਾਰ ਦੇ ਝਮੇਲੇ ਨਹੀਂ ਜੇ ਵੇਖਦਾ, ਉਹ ਝਮੇਲਿਆਂ ਦੇ ਵਿੱਚ ਵੀ ਪ੍ਰਮਾਤਮਾ ਦਾ ਨਾਮ ਜਪ ਕੇ ਟਿਕਾਣੇ ਤੇ ਲੱਗ ਜਾਂਦਾ। ਕਹਿ ਲਗੇ ਬਾਜੀਗਰ ਸੰਸਾਰ ਕਬੀਰਾ, ਕਬੀਰ ਸਾਹਿਬ ਕਹਿ ਲਗੇ ਭਲਿਆ ਆ ਸੰਸਾਰ ਬਾਜੀਗਰ ਦੀ ਖੇਡ ਵਾਂਗੂ ਹੈ, ਕਿਤੇ ਬਾਂਦਰ ਨੱਚ ਰਿਹਾ ਹੈ, ਕਿਤੇ ਹੱਸ ਰਿਹਾ ਹੈ, ਕਿਤੇ ਰੋ ਰਿਹਾ ਹੈ। ਕਹਿਣ ਲਗੇ ਇਸ ਕਰਕੇ ਚੇਤ ਤੂੰ ਪ੍ਰਮਾਤਮਾ ਦਾ ਨਾਮ ਚੇਤ ਢਾਲ ਪਾਸਾ ਸੁੱਟਿਆ ਜਾਂਦਾ। ਜਦੋਂ ਸ਼ਤਰੰਜ ਖੇਡੀ ਜਾਂਦੀ ਹੈ, ਅੱਜ ਕੱਲ੍ਹ ਸ਼ਤਰੰਜ ਨੂੰ ਚੈਸ ਕਹਿੰਦੇ ਨੇ, ਤੇ ਉਹ ਪਾਸਾ ਸੁੱਟਿਆ ਜਾਂਦਾ ਨਾ, 2 ਗੀਟੀਆਂ ਹੁੰਦੀਆਂ ਨੇ। ਕਹਿੰਦੇ ਇਹ ਕੋਈ ਇਹੋ ਜਿਹੀ ਚਾਲ ਖੇਡ ਜਿਵੇਂ ਸ਼ਤਰੰਜ ਦੀ ਬਾਜੀ ਜਿੱਤਦਾ ਹੈ, ਇਸੇ ਤਰੀਕੇ ਦੇ ਨਾਲ ਤੂੰ ਪ੍ਰਮਾਤਮਾ ਨੂੰ ਇੰਨਾ ਕੁ ਚੇਤ ਕਿ ਤੇਰਾ ਜੀਵਨ ਦੀ ਬਾਜੀ ਢਲ ਕੇ ਤੂੰ ਪਾਸਾ ਇਹੋ ਜਿਹਾ ਸੁੱਟ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਮਨੁੱਖਾ ਜਨਮ ਜਿਹੜਾ ਉਹ ਆਪਣਾ ਸਫਲ ਕਰ ਸਕੇ। ਬਾਜੀਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ, ਕੋਈ ਚੰਗਾ ਪਾਸਾ ਸੁੱਟ ਤਾਂ ਜੋ ਪ੍ਰਮਾਤਮਾ ਨੂੰ ਸਿਮਰ ਕੇ ਤੂੰ ਜਿਹੜਾ ਹੈ ਉਹਦੇ ਵਿੱਚ ਅਭੇਦ ਹੋ ਸਕੇ। ਸੋ ਇਹ ਸੀ ਪਾਵਨ ਸ਼ਬਦ ਦੀ ਵਿਚਾਰ। ਸਮੁੱਚਾ ਤੱਤ ਭਾਵ ਇਹ ਨਿਕਲਦਾ ਹੈ ਕਿ ਮਨੁੱਖਾ ਜਨਮ ਬਹੁਤ ਕੀਮਤੀ ਮਿਲਿਆ ਹੈ, ਇਹਨੂੰ ਅਜਾਈ ਨਾ ਗਵਾਈਏ। ਪਰ ਮੈਂ ਫਿਰ ਸਮਾਪਤੀ ਤੇ ਬੇਨਤੀ ਕਰਾਂ, ਗੁਰਮੁਖੋ ਬਹੁਤਾ ਨਹੀਂ ਨਾ ਸਮਾਂ ਹੈਗਾ ਤੇ 10-20 ਮਿੰਟ ਅੱਧਾ ਘੰਟਾ ਜ਼ਰੂਰ ਰੱਖੋ। ਅੱਜ ਇਹ ਬਹਾਨਾ ਨਹੀਂ ਚੱਲ ਸਕਦਾ ਜੀ ਅਸੀਂ ਨਾਮ ਨਹੀਂ ਜਪ ਸਕਦੇ, ਨਹੀਂ ਯਾਦ ਹੁੰਦਾ ਹੈੱਡਫੋਨ ਲਾ ਲਓ, ਮੋਬਾਈਲ ਤੇ ਲਾ ਲਓ, ਬਹੁਤ ਤਰੀਕੇ ਨੇ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਜਿਹੜਾ ਕੱਖ ਨਹੀਂ ਨਾ ਕਰਦਾ ਉਹ ਘੱਟੋ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੇ ਤਾਂ ਜੋ ਸਾਡਾ ਜੀਵਨ ਗੁਰੂ ਦੇ ਲੇਖੇ ਲੱਗ ਸਕੇ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਜੀਵਨੈ ਕੀ ਆਸ ਕਰੈ ਜਮ ਨਿਹਾਰੈ ਸਾਸਾ, ਬਾਜੀਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ